ਨੈਕਸਟ ਆਪਾਂ ਪੜ੍ਹਦੇ ਹਾਂ ਹੁਣ ਹਿਊਮਨ ਮੇਡ ਰਿਸੋਰਸਿਸ ਕਿਹੜੇ ਹੁੰਦੇ ਨੇ। ਸਮਟਾਈਮਸ ਨੈਚੁਰਲ substances become resources only when their original form has been changed. Iron ore was not a resource until people learned to extract iron from it. ਠੀਕ ਹੈ ਜੀ, ਯਾਨੀ ਕਿ ਨੈਚੁਰਲ ਸਬਸਟਾਂਸ ਤਾਂ ਹੁੰਦੇ ਨੇ ਆਪਣੇ ਲਈ, ਹੁੰਦੇ ਤਾਂ ਰਿਸੋਰਸ ਹੀ ਨੇ, ਬਟ ਉਹਨਾਂ ਨੂੰ ਆਪਾਂ ਉਸੇ ਤਰੀਕੇ ਦੇ ਨਾਲ ਆਪਾਂ ਯੂਟੀਲਾਈਜ਼ ਨਹੀਂ ਕਰ ਸਕਦੇ, ਉਹਨਾਂ ਦੇ ਵਿੱਚ ਕੁਛ ਨਾ ਕੁਛ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਹੈ। ਫੋਰ ਐਗਜ਼ਾਮਪਲ ਇਹਨਾਂ ਨੇ ਦੱਸਿਆ ਜਿੱਦਾਂ ਆਇਰਨ ਓਰ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਹੋਰ ਵੀ ਜ਼ਿਆਦਾ ਅਨਵਾਂਟਡ ਮਟੀਰੀਅਲ ਹੁੰਦਾ, ਠੀਕ ਹੈ, ਜਿਹਦੇ ਵਿੱਚੋਂ ਆਪਾਂ ਨੂੰ ਆਇਰਨ ਐਕਸਟਰੈਕਟ ਕਰਨਾ ਪੈਂਦਾ ਹੈ। ਜਦੋਂ ਆਪਾਂ ਉਹਦੇ ਵਿੱਚੋਂ ਆਇਰਨ ਐਕਸਟਰੈਕਟ ਕਰ ਲਿਆ, ਕੱਢ ਲਿਆ, ਫਿਰ ਉਸ ਨੂੰ ਆਪਾਂ ਐਜ਼ ਅ ਰਿਸੋਰਸ ਯੂਟੀਲਾਈਜ਼ ਕਰ ਸਕਦੇ ਹਾਂ। ਠੀਕ ਹੈ, ਪੀਪਲ ਯੂਜ਼ ਨੈਚੁਰਲ ਰਿਸੋਰਸਿਸ ਟੂ ਮੇਕ ਬਿਲਡਿੰਗਸ, ਬ੍ਰਿਜਿਸ, ਰੋਡਸ, ਮਸ਼ੀਨਰੀ ਐਂਡ ਵਹੀਕਲਸ ਵਿਚ ਆਰ ਨੋਨ ਐਜ਼ ਹਿਊਮਨ ਮੇਡ ਰਿਸੋਰਸਿਸ। ਠੀਕ ਹੈ, ਹੁਣ ਆਇਰਨ ਇੱਕ ਰਿਸੋਰਸ ਬਣ ਗਿਆ। ਆਇਰਨ ਤੋਂ ਆਪਾਂ ਕਿੰਨਾ ਕੁਛ ਬਣਾ ਲਿਆ, ਬਿਲਡਿੰਗ ਦੇ ਵਿੱਚ ਯੂਜ਼ ਹੁੰਦਾ ਬਣਾਉਣ ਦੇ ਲਈ, ਬ੍ਰਿਜ ਬਣਾਉਣ ਦੇ ਲਈ ਆਇਰਨ ਦੀ ਯੂਜ਼ ਹੁੰਦੀ ਹੈ। ਠੀਕ ਹੈ, ਰੋਡਸ, ਮਸ਼ੀਨਰੀ, ਵਹੀਕਲਸ, ਇਹ ਅਲੱਗ-ਅਲੱਗ ਮੈਨ ਮੇਡ ਰਿਸੋਰਸਿਸ ਨੇ। ਠੀਕ ਹੈ, ਜ਼ਰੂਰੀ ਨਹੀਂ ਕਿ ਲੋਹੇ ਤੋਂ ਜਾਂ ਆਇਰਨ ਤੋਂ ਹੀ ਬਣੇ ਨੇ, ਹੋਰ ਵੀ ਚੀਜ਼ਾਂ ਇਹ ਹਿਊਮਨ ਮੇਡ ਨੇ। ਠੀਕ ਹੈ, ਅਤੇ ਇਹਨਾਂ ਨੂੰ ਆਪਾਂ ਕਹਾਂਗੇ ਹਿਊਮਨ ਮੇਡ ਰਿਸੋਰਸਿਸ। ਟੈਕਨੋਲੋਜੀ ਇਜ਼ ਆਲਸੋ ਆ ਹਿਊਮਨ ਮੇਡ ਰਿਸੋਰਸ। ਟੈਕਨੋਲੋਜੀ ਨੂੰ ਵੀ ਆਪਾਂ ਇੱਕ ਰਿਸੋਰਸ ਕਹਾਂਗੇ। ਕਿਹੜਾ ਰਿਸੋਰਸ? ਹਿਊਮਨ ਮੇਡ ਰਿਸੋਰਸ। ਸੋ ਕਿਉਂਕਿ ਤਕਨੀਕ ਤਾਂ ਬੰਦੇ ਨੇ ਹੀ ਬਣਾਈ ਹੈ ਨਾ, ਤਕਨੀਕ ਨੂੰ ਆਪਾਂ ਰਿਸੋਰਸ ਕਹਾਂਗੇ। ਠੀਕ ਹੈ ਜੀ, ਸੋ ਪੀਪਲ ਲਾਈਕ ਅਸ ਯੂਜ਼ ਨੈਚੁਰਲ ਰਿਸੋਰਸਿਸ ਟੂ ਮੇਕ ਹਿਊਮਨ ਮੇਡ ਰਿਸੋਰਸਿਸ। ਸੈਡ ਮੋਨਾ ਨੋਡਿੰਗ ਇਨ ਅੰਡਰਸਟੈਂਡਿੰਗ ਯੈਸ ਸੈਡ ਰਾਜੂ। ਹੁਣ ਇਹ ਮੋਨਾ ਅਤੇ ਰਾਜੂ ਦੀ ਵੀ ਗੱਲ ਵੀ ਹੋ ਰਹੀ ਸੀ ਕਿ ਪੀਪਲ ਜਿਹੜੇ ਨੇ ਨੈਚੁਰਲ ਰਿਸੋਰਸ ਨੂੰ ਹਿਊਮਨ ਮੇਡ ਰਿਸੋਰਸ ਵਿੱਚ ਚੇਂਜ ਕਰ ਜਾਂਦੇ ਨੇ, ਜਾਂ ਨੈਚੁਰਲ ਰਿਸੋਰਸ ਦੀ ਹੈਲਪ ਲੈ ਕੇ ਜਾਂ ਉਸਨੂੰ ਯੂਜ਼ ਕਰਕੇ, ਠੀਕ ਹੈ, ਆਪਾਂ ਹਿਊਮਨ ਮੇਡ ਰਿਸੋਰਸ ਬਣਾ ਸਕਦੇ ਹਾਂ। ਠੀਕ ਹੈ ਜੀ, ਹੁਣ ਪਹਿਲਾਂ ਤਾਂ ਆਪਾਂ ਪੜ੍ਹਿਆ ਹਿਊਮਨ ਮੇਡ ਰਿਸੋਰਸਿਸ। ਹੁਣ ਹਿਊਮਨ ਰਿਸੋਰਸਿਸ ਕਿਹੜੇ ਹੁੰਦੇ ਨੇ? ਪੀਪਲ ਕੈਨ ਮੇਕ ਦਾ ਬੈਸਟ ਯੂਜ਼ ਆਫ ਨੇਚਰ ਟੂ ਕ੍ਰੀਏਟ ਮੋਰ ਰਿਸੋਰਸਿਸ ਵੈਨ ਦੇ ਹੈਵ ਦਾ ਨੌਲੇਜ, ਸਕਿੱਲ ਐਂਡ ਦਾ ਟੈਕਨੋਲੋਜੀ ਟੂ ਡੂ ਸੋ। ਕਹਿੰਦੇ ਆਪਾਂ ਨੇਚਰ ਦਾ ਬੈਸਟ ਯਾਨੀ ਕਿ ਸਭ ਤੋਂ ਬਿਹਤਰੀਨ ਯੂਜ਼ ਕਰ ਸਕਦੇ ਹਾਂ। ਠੀਕ ਹੈ, ਜਦੋਂ ਆਪਣੇ ਕੋਲ ਨੌਲੇਜ ਹੋਵੇ, ਸਕਿੱਲ ਹੋਵੇ ਯਾਨੀ ਕਿ ਹੁਨਰ ਹੋਵੇ, ਅਤੇ ਟੈਕਨੋਲੋਜੀ ਹੋਵੇ, ਤਕਨੀਕ ਹੋਵੇ ਉਸ ਕੰਮ ਨੂੰ ਕਰਨ ਦੀ। ਦੈਟ ਇਜ਼ ਵਾਈ ਹਿਊਮਨ ਬੀਂਗਸ ਆਰ ਅ ਸਪੈਸ਼ਲ ਰਿਸੋਰਸ। ਤਾਂ ਹੀ ਤਾਂ ਕਹਿੰਦੇ ਹਿਊਮਨ ਬੀਂਗਸ ਨੂੰ ਇੱਕ ਸਪੈਸ਼ਲ ਰਿਸੋਰਸ ਮੰਨਿਆ ਜਾਂਦਾ। ਪੀਪਲ ਆਰ ਹਿਊਮਨ ਰਿਸੋਰਸਿਸ। ਲੋਕਾਂ ਨੂੰ ਹਿਊਮਨ ਬੀਂਗਸ ਕਿਹੜੇ ਨੇ? ਹਿਊਮਨ ਰਿਸੋਰਸਿਸ ਨੇ। ਐਜੂਕੇਸ਼ਨ ਐਂਡ ਹੈਲਥ ਹੈਲਪ ਇਨ ਮੇਕਿੰਗ ਪੀਪਲ ਅ ਵੈਲਿਊਏਬਲ ਰਿਸੋਰਸ। ਐਜੂਕੇਸ਼ਨ ਅਤੇ ਹੈਲਥ ਯਾਨੀ ਕਿ ਪੜ੍ਹਾਈ ਅਤੇ ਨਾਲ ਨਾਲ ਚੰਗੀ ਸਿਹਤ ਲੋਕਾਂ ਨੂੰ ਇੱਕ ਵੈਲਿਊਏਬਲ ਰਿਸੋਰਸ ਬਣਾ ਰਹੀ ਹੈ। ਇੰਪਰੂਵਿੰਗ ਦਾ ਕੁਆਲਿਟੀ ਆਫ ਪੀਪਲਸ ਸਕਿੱਲਸ ਸੋ ਦੈਟ ਦੇ ਆਰ ਏਬਲ ਟੂ ਕ੍ਰੀਏਟ ਮੋਰ ਰਿਸੋਰਸਿਸ ਇਜ਼ ਨੋਨ ਐਜ਼ ਹਿਊਮਨ ਰਿਸੋਰਸ ਡਿਵੈਲਪਮੈਂਟ। ਲੋਕਾਂ ਨੂੰ ਬੇਸ਼ੱਕ ਕੋਈ ਪੜ੍ਹਾਈ ਦੇ ਨਾਲ, ਠੀਕ ਹੈ, ਬੇਸ਼ੱਕ ਕੋਈ ਡਿਪਲੋਮਾ ਕਰ ਰਿਹਾ, ਕੋਈ ਡਿਗਰੀ ਕਰ ਰਿਹਾ, ਠੀਕ ਹੈ, ਇਸ ਦੇ ਨਾਲ ਕੀ ਹੋ ਰਿਹਾ? ਉਹਨਾਂ ਦੇ ਸਕਿੱਲਸ ਦੇ ਉੱਤੇ ਜੇ ਕੋਈ ਵਰਕ ਹੋ ਰਿਹਾ, ਠੀਕ ਹੈ, ਪੀਪਲ ਆਪਣੇ ਸਕਿੱਲਸ ਨੂੰ ਇੰਪਰੂਵ ਕਰ ਰਹੇ ਨੇ। ਠੀਕ ਹੈ, ਅਤੇ ਉਹਨਾਂ ਨੂੰ ਤਾਂ ਕਿਉਂ ਕਰ ਰਹੇ ਨੇ? ਠੀਕ ਹੈ, ਆਪਣੇ ਸਕਿੱਲਸ ਕਿਉਂ ਇੰਪਰੂਵ ਕਰ ਰਹੇ ਨੇ? ਯਾਨੀ ਕਿ ਤਾਂ ਕਿ ਉਹ ਹੋਰ ਜ਼ਿਆਦਾ ਰਿਸੋਰਸ ਕ੍ਰੀਏਟ ਕਰ ਸਕਣ। ਠੀਕ ਹੈ, ਜਿਹੜੇ ਕਿ ਹਿਊਮਨ ਮੈਨਕਾਇੰਡ ਦੇ ਆਪਣਾ ਹੈਲਪ ਕਰ ਸਕਣ। ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ? ਹਿਊਮਨ ਰਿਸੋਰਸ ਡਿਵੈਲਪਮੈਂਟ। ਲੋਕਾਂ ਨੂੰ ਨੌਲੇਜ ਦੇਣੀ, ਲੋਕਾਂ ਦੇ ਸਕਿੱਲਸ ਇੰਪਰੂਵ ਕਰਨੇ ਤਾਂ ਕਿ ਉਹ ਹੋਰ ਰਿਸੋਰਸ ਕ੍ਰੀਏਟ ਕਰ ਸਕਣ। ਇਹਨੂੰ ਆਪਾਂ ਕਹਿੰਦੇ ਹਾਂ ਹਿਊਮਨ ਰਿਸੋਰਸ ਡਿਵੈਲਪਮੈਂਟ। ਹਾਂਜੀ ਸਟੂਡੈਂਟਸ, ਆਹ ਜਿਹੜਾ ਸਟੋਰੀ ਤੁਸੀਂ ਦੇਖ ਰਹੇ ਹੋ, ਠੀਕ ਹੈ, ਫੋਟੋ ਦੇ ਨਾਲ ਲਿਖੀ ਹੋਈ ਹੈ, ਇਹ ਤੁਹਾਨੂੰ ਮੈਂ ਵੈਸੇ ਹੀ ਦੱਸ ਦਿੰਦਾ, ਐਕਸਪਲੇਨ ਕਰ ਦਿੰਦਾ। ਮਤਲਬ ਕਿ ਮੋਨਾ ਨੂੰ ਸੁਪਨਾ ਆਇਆ, ਠੀਕ ਹੈ, ਜਿਸ ਦੇ ਵਿੱਚ ਉਸਨੇ ਦੇਖਿਆ ਕਿ ਧਰਤੀ ਦਾ ਸਾਰਾ ਪਾਣੀ ਆਪਾਂ ਯੂਜ਼ ਕਰ ਚੁੱਕੇ ਹਾਂ। ਠੀਕ ਹੈ, ਸਾਰਾ ਪਾਣੀ ਖਤਮ ਹੋ ਚੁੱਕਾ ਹੈ ਅਤੇ ਕੋਈ ਟਰੀ ਨਹੀਂ ਹੈ। ਠੀਕ ਹੈ, ਲੋਕ ਇੱਧਰ ਉੱਧਰ ਘੁੰਮ ਰਹੇ ਨੇ, ਨਾ ਤਾਂ ਉਹਨਾਂ ਨੂੰ ਫੂਡ ਮਿਲ ਰਿਹਾ ਅਤੇ ਨਾ ਹੀ ਕਿਤੇ ਛਾਂ ਮਿਲ ਰਹੀ ਹੈ, ਨਾ ਹੀ ਕਿਤੇ ਪਾਣੀ ਮਿਲ ਰਿਹਾ। ਠੀਕ ਹੈ, ਅਤੇ ਉਸਨੇ ਇਸ ਬਾਰੇ ਆਪਣੇ ਮਦਰ ਨਾਲ ਗੱਲ ਕੀਤੀ ਅਤੇ ਉਸਨੇ ਉਸਨੂੰ ਸਮਝਾਇਆ ਕਿ ਹਾਂ ਇੱਦਾਂ ਹੋ ਸਕਦਾ ਜੇ ਆਪਾਂ ਕੇਅਰਫੁਲੀ ਕਿਸੇ ਚੀਜ਼ ਦੀ ਵਰਤੋਂ ਨਹੀਂ ਕਰਾਂਗੇ। ਠੀਕ ਹੈ, ਆਪਾਂ ਇੱਦਾਂ ਹੀ ਵੇਸਟ ਕਰਦੇ ਰਹੇ ਜਿੱਦਾਂ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਕਰ ਰਹੇ ਹਾਂ, ਤਾਂ ਇੱਕ ਦਿਨ ਇੱਦਾਂ ਦਾ ਆਵੇਗਾ ਜਿਸ ਦੇ ਨਾਲ ਕਿ ਸਾਰੇ ਆਪਣੇ ਰਿਸੋਰਸਿਸ ਸਮੇਤ ਪਾਣੀ, ਦਰਖਤ ਅਤੇ ਆਪਣਾ ਫੂਡ, ਠੀਕ ਹੈ, ਸਾਰਾ ਕੁਝ ਖਤਮ ਹੋ ਜਾਏਗਾ ਅਤੇ ਆਪਾਂ ਇੱਕ ਦਿਨ ਇਸੇ ਤਰ੍ਹਾਂ ਖਤਮ ਹੋ ਜਾਵਾਂਗੇ। ਹੁਣ ਜੇ ਆਪਾਂ ਆਪਣੇ ਰਿਸੋਰਸਿਸ ਨੂੰ ਕੇਅਰਫੁਲੀ ਯੂਟੀਲਾਈਜ਼ ਕਰਾਂਗੇ, ਠੀਕ ਹੈ, ਇਹ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਕੋਈ ਚੀਜ਼ ਵੇਸਟ ਨਾ ਹੋਵੇ ਅਤੇ ਉਹਨੂੰ ਆਪਾਂ ਫਿਊਚਰ ਦੇ ਲਈ ਸੰਭਾਲ ਕੇ ਰੱਖ ਸਕੀਏ, ਉਹਨੂੰ ਆਪਾਂ ਕੀ ਕਹਾਂਗੇ? ਰਿਸੋਰਸ ਕੰਜ਼ਰਵੇਸ਼ਨ। ਰਿਸੋਰਸ ਨੂੰ ਕੰਜ਼ਰਵ ਕਰਨਾ। ਠੀਕ ਹੈ,
ਯੂਜ਼ਿੰਗ ਰਿਸੋਰਸਿਸ ਕੇਅਰਫੁਲੀ ਐਂਡ ਗਿਵਿੰਗ them ਟਾਈਮ ਟੂ ਗੈਟ renewed ਇਜ਼ ਕਾਲਡ ਰਿਸੋਰਸ ਕੰਜ਼ਰਵੇਸ਼ਨ। ਮਤਲਬ ਕਿ ਕੇਅਰਫੁਲੀ ਉਹਨਾਂ ਦੀ ਵਰਤੋਂ ਕਰਨੀ, ਠੀਕ ਹੈ, ਅਤੇ ਉਹਨਾਂ ਨੂੰ ਬਚੇ ਹੋਏ ਨੂੰ ਟਾਈਮ ਦੇ ਦੇਣਾ ਕਿ ਉਹ ਆਪਣੇ ਆਪ ਨੂੰ ਰਿਨਿਊ ਕਰ ਸਕੇ, ਠੀਕ ਹੈ, ਉਹਨੂੰ ਕਹਿੰਦੇ ਨੇ ਰਿਸੋਰਸ ਕੰਜ਼ਰਵੇਸ਼ਨ। ਬੈਲੈਂਸਿੰਗ ਦਾ ਨੀਡ ਟੂ ਰਿਸੋਰਸਿਸ ਟੂ ਯੂਜ਼ ਰਿਸੋਰਸਿਸ ਐਂਡ ਆਲਸੋ ਕੰਜ਼ਰਵ them ਫॉर द ਫਿਊਚਰ ਇਜ਼ ਕਾਲਡ ਸਸਟੇਨੇਬਲ ਡਿਵੈਲਪਮੈਂਟ। ਮਤਲਬ ਕਿ ਬੈਲੈਂਸ ਕਰ ਲੈਣਾ, ਠੀਕ ਹੈ, ਕਿ ਆਪਾਂ ਨੇ ਆਹ ਚੀਜ਼ ਅੱਜ ਇੰਨੀ ਵਰਤੋਂ ਕਰਨੀ ਹੈ, ਕੱਲ੍ਹ ਨੂੰ ਇੰਨੀ ਕਰਨੀ ਹੈ, ਤਾਂ ਕਿ ਇਹ ਫਿਊਚਰ ਦੀ ਜਨਰੇਸ਼ਨ ਵਾਸਤੇ ਵੀ ਬਚੀ ਰਹੇ, ਠੀਕ ਹੈ। ਦੂਜੀ ਗੱਲ, ਉਹਨਾਂ ਨੂੰ ਟਾਈਮ ਦੇ ਦੇਣਾ, ਠੀਕ ਹੈ, ਕਿ ਉਹ ਆਪਣੇ ਆਪ ਨੂੰ ਰਿਨਿਊ ਕਰ ਸਕੇ। ਫਿਊਚਰ ਦੀ ਨੀਡ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਉਸ ਦੀ ਵਰਤੋਂ ਪਲੈਨਿੰਗ ਦੇ ਅਕੋਰਡਿੰਗ ਕਰਨਾ, ਇਸ ਨੂੰ ਆਪਾਂ ਕਹਾਂਗੇ ਸਸਟੇਨੇਬਲ ਡਿਵੈਲਪਮੈਂਟ। ਦੇਅਰ ਆਰ ਮੈਨੀ ਵੇਜ਼ ਆਫ ਕੰਜ਼ਰਵਿੰਗ ਰਿਸੋਰਸਿਸ। ਵੱਖ-ਵੱਖ ਤਰੀਕੇ ਨੇ, ਠੀਕ ਹੈ, ਰਿਸੋਰਸਿਸ ਨੂੰ ਕੰਜ਼ਰਵ ਕਰਨ ਦੇ, ਸੇਵ ਕਰਨ ਦੇ। ਈਚ ਪਰਸਨ ਕੈਨ ਕੰਜ਼ਰਵ ਦਾ ਮਤਲਬ ਹੁੰਦਾ ਬਚਾਉਣਾ, ਫਿਊਚਰ ਦੇ ਲਈ ਕੰਜ਼ਰਵ ਕਰਨਾ, ਸੇਵ ਕਰਨਾ ਜਾਂ ਧਿਆਨ ਨਾਲ ਵਰਤੋਂ ਕਰਨੀ। ਈਚ ਪਰਸਨ ਕੈਨ ਕੰਟਰੀਬਿਊਟ ਬਾਈ ਰਿਡਿਊਸਿੰਗ ਕੰਜ਼ੰਪਸ਼ਨ। ਹਰ ਪਰਸਨ ਆਪਣਾ ਕੰਟਰੀਬਿਊਸ਼ਨ ਦੇ ਸਕਦਾ, ਆਪਣਾ ਯੋਗਦਾਨ ਦੇ ਸਕਦਾ ਇਸ ਚੀਜ਼ ਦੇ ਵਿੱਚ। ਕਿੱਦਾਂ ਦੇ ਸਕਦਾ ਹੈ? ਰਿਡਿਊਸਿੰਗ ਕੰਜ਼ੰਪਸ਼ਨ ਮਤਲਬ ਕਿਸੇ ਚੀਜ਼ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾ ਕਰਨਾ, ਠੀਕ ਹੈ। ਰਿਸਾਈਕਲਿੰਗ, ਪੁਰਾਣੀ ਚੀਜ਼ਾਂ ਨੂੰ ਵਰਤਣਾ ਦੁਬਾਰਾ, ਠੀਕ ਹੈ, ਜਿਹੜੀ ਚੀਜ਼ ਦੀ ਆਪਾਂ ਵਰਤੋਂ ਦੁਬਾਰਾ ਕਰ ਸਕਦੇ ਹਾਂ, ਠੀਕ ਹੈ, ਉਹਨੂੰ ਰਿਸਾਈਕਲ ਕਰਨਾ। ਰੀਯੂਜ਼ਿੰਗ, ਦੁਬਾਰਾ ਉਸ ਦੀ ਵਰਤੋਂ ਕਰਨਾ, ਠੀਕ ਹੈ। ਜਿੱਦਾਂ ਫੋਰ ਐਗਜ਼ਾਮਪਲ ਪਲਾਸਟਿਕ ਬੈਗ ਆਪਾਂ ਇੱਕ ਵਾਰ ਯੂਜ਼ ਕਰਦੇ ਹਾਂ, ਠੀਕ ਹੈ, ਉਸਨੂੰ ਥਰੋ ਕਰ ਦਿੰਦੇ ਹਾਂ, ਬਟ ਜੇ ਆਪਾਂ ਪੇਪਰ ਬੈਗ ਲੈ ਕੇ ਗਏ, ਠੀਕ ਹੈ, ਅਤੇ ਉਸਨੂੰ ਸੰਭਾਲ ਕੇ ਵੀ ਰੱਖਣਾ, ਠੀਕ ਹੈ, ਉਸ ਦੀ ਆਪਾਂ ਇੱਕ ਨਹੀਂ ਕਈ ਵਾਰ ਵਰਤੋਂ ਕਰ ਸਕਦੇ ਹਾਂ, ਠੀਕ ਹੈ। ਉਸ ਦੇ ਨਾਲ ਉਸ ਨੂੰ ਫਿਰ ਆਪਾਂ ਰੀਯੂਜ਼ ਕਰ ਲਿਆ। ਰੀਸਾਈਕਲ ਕੀ ਹੁੰਦਾ? ਜਿੱਦਾਂ ਪਾਣੀ ਦੀਆਂ ਬੋਟਲਸ ਨੇ, ਠੀਕ ਹੈ, ਪਾਣੀ ਦੀਆਂ ਬੋਟਲਸ ਨੂੰ ਆਪਾਂ ਇੱਕ ਵਾਰ ਯੂਜ਼ ਕਰਕੇ ਥਰੋ ਕਰਤਾ, ਬਟ ਉਸ ਨੂੰ ਫਿਰ ਉਹ ਰਿਸਾਈਕਲ ਕਰਦੇ ਨੇ ਦੁਬਾਰਾ, ਉਹੀ ਬੋਟਲ ਸਾਫ਼ ਕਰਕੇ, ਜਾਂ ਕਹਿ ਲਓ ਉਹ ਦੁਬਾਰਾ ਉਸੇ ਪਲਾਸਟਿਕ ਦੀ ਦੁਬਾਰਾ ਬਣ ਕੇ ਆ ਸਕਦੀ ਹੈ, ਠੀਕ ਹੈ, ਰਿਸਾਈਕਲ ਹੋ ਸਕਦੀ ਹੈ। ਅਲਟੀਮੇਟਲੀ ਇਟ ਮੇਕਸ ਅ ਡਿਫਰੈਂਸ ਬਿਕੋਜ਼ ਆਲ ਆਰ ਲਾਈਵਸ ਆਰ ਲਿੰਕਡ। ਇਕੱਲੇ ਬੰਦੇ ਦਾ ਯੋਗਦਾਨ, ਇਕੱਲੇ ਪਰਸਨ ਦਾ ਯੋਗਦਾਨ ਪਾਇਆ ਡਿਫਰੈਂਸ ਬਣਾ ਸਕਦਾ, ਫਰਕ ਪਾ ਸਕਦਾ, ਕਿਉਂਕਿ ਸਾਰਿਆਂ ਦੀਆਂ ਜ਼ਿੰਦਗੀਆਂ ਇੱਕ ਦੂਜੇ ਨਾਲ ਜੁੜੀਆਂ ਨੇ, ਠੀਕ ਹੈ ਜੀ। ਹੁਣ ਅੱਗੇ ਆਪਾਂ ਫਿਰ ਉਹੀ ਸਟੋਰੀ ਆ ਗਈ ਪਿਕਚਰ ਵਾਲੀ, ਠੀਕ ਹੈ, ਕਿ ਉਸ ਸ਼ਾਮ ਕੀ ਹੋਇਆ, ਬੱਚਿਆਂ ਨੇ ਆਪਣੇ ਫਰੈਂਡਸ ਦੇ ਨਾਲ ਮਤਲਬ ਕਿ ਰਲ ਮਿਲ ਕੇ ਕੀ ਕੀਤਾ, ਸ਼ੋਪਿੰਗ ਬੈਗਸ ਅਤੇ ਪੈਕਟਸ ਬਣਾਏ। ਕਿੱਥੋਂ? ਨਿਊਜ਼ਪੇਪਰ ਤੋਂ, ਆਪਣੇ ਪੁਰਾਣੇ ਫਟੇ ਪੁਰਾਣੇ ਕੱਪੜਿਆਂ ਤੋਂ, ਠੀਕ ਹੈ। ਬਾਸਕਿਟਸ ਬਣਾਈਆਂ ਬੈਂਬੂ ਸਟਿਕਸ ਤੋਂ, ਬਾਂਸ ਦੀਆਂ ਡੱਕਿਆਂ ਤੋਂ, ਠੀਕ ਹੈ, ਜਾਂ ਛੋਟੇ ਛੋਟੇ ਟੁਕੜਿਆਂ ਤੋਂ। ਵੀ ਵਿਲ ਗਿਵ ਅ ਫਿਊ ਟੂ ਐਵਰੀ ਫੈਮਿਲੀ ਵੀ ਨੋ। ਕਹਿੰਦੇ ਆਪਾਂ ਸਾਰੇ ਪਰਿਵਾਰਾਂ ਨੂੰ, ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ, ਠੀਕ ਹੈ, ਉਹਨਾਂ ਵਿੱਚ ਥੋੜ੍ਹਾ ਵੰਡ ਦਾਂਗੇ, ਤਾਂ ਕਿ ਇਸ ਚੀਜ਼ ਦੀ ਵਰਤੋਂ ਨੂੰ ਆਪਾਂ ਐਨਕਰੇਜ ਕਰ ਸਕੀਏ, ਲੋਕਾਂ ਨੂੰ बढ़ावा ਦੇ ਸਕੀਏ ਕਿ ਹਾਂ ਇਹ ਚੀਜ਼ਾਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ, ਸਾਡੇ ਲਈ ਜ਼ਰੂਰੀ ਨੇ, ਸਾਡੇ ਲਈ ਇਹ ਸਾਨੂੰ ਨੁਕਸਾਨ ਤੋਂ ਬਚਾਉਂਦੀਆਂ ਨੇ। ਆਫਟਰ ਆਲ ਇਟ ਇਜ਼ ਫॉर ਅ ਵੈਰੀ ਗੁੱਡ ਕੌਜ਼। ਕਹਿੰਦੇ ਮਤਲਬ ਕਿ ਐਂਡ 'ਤੇ ਆ ਕੇ ਆਪਾਂ ਕਰ ਤਾਂ ਚੰਗੇ ਲਈ ਰਹੇ ਹਾਂ ਨਾ, ਠੀਕ ਹੈ, ਇਸ ਦਾ ਬਹੁਤ ਵਧੀਆ ਇੱਕ ਮੈਸੇਜ ਆਏਗਾ ਕਿ ਇਹ ਇੱਕ ਚੰਗਾ ਰੀਜ਼ਨ ਦੇ ਲਈ ਆਪਾਂ ਇਹ ਚੀਜ਼ਾਂ ਨੂੰ ਐਨਕਰੇਜ ਕਰਾਂਗੇ ਲੋਕਾਂ ਨੂੰ ਕਿ ਇਹ ਚੀਜ਼ਾਂ ਦੀ ਤੁਸੀਂ ਵਰਤੋਂ ਕਰੋ। ਟੂ ਸੇਵ ਆਰ ਰਿਸੋਰਸਿਸ ਐਂਡ ਟੂ ਕੀਪ ਆਰ ਅਰਥ ਅਲਾਈਵ, ਤਾਂ ਕਿ ਆਪਣੇ ਰਿਸੋਰਸ ਨੇ ਜਿਹੜੇ ਉਹ ਬਚ ਸਕਣ ਅਤੇ ਆਪਣੀ ਅਰਥ ਨੂੰ ਮਤਲਬ ਹੋਰ ਜ਼ਿਆਦਾ ਰਿਨਿਊ ਮਤਲਬ ਕਿ ਟਾਈਮ ਦੇ ਸਕੀਏ ਕਿ ਉਹ ਆਪਣੇ ਆਪ ਨੂੰ ਰਿਨਿਊ ਕਰ ਸਕੇ, ਜਾਂ ਕਹਿ ਲਓ ਵੀ ਆਪਣੀ ਅਰਥ ਨੂੰ ਜਿਉਂਦਾ ਰੱਖਣ ਦੇ ਲਈ। ਆਈ ਐਮ ਗੋਇੰਗ ਟੂ ਬੀ ਵੈਰੀ ਕੇਅਰਫੁਲ ਨੋਟ ਟੂ ਵੇਸਟ ਪੇਪਰ ਸੈਡ ਜੈਸੀ, ਮੈਨੀ ਟਰੀਜ਼ ਆਰ ਕੱਟ ਡਾਊਨ ਟੂ ਮੇਕ ਪੇਪਰ, ਸ਼ੀ ਐਕਸਪਲੇਨਡ। ਜੈਸੀ ਨੇ ਕਿਹਾ, ਕਹਿੰਦਾ ਕਿ ਮੈਂ ਅੱਗੇ ਤੋਂ ਕਦੇ ਵੀ ਪੇਪਰ ਦੀ ਦੁਰਵਰਤੋਂ ਨਹੀਂ ਕਰੂੰਗਾ, ਵੇਸਟ ਕਦੇ ਨਹੀਂ ਕਰੂੰਗਾ, ਠੀਕ ਹੈ, ਕਿਉਂਕਿ ਉਸਨੂੰ ਪਤਾ ਸੀਗਾ ਕਿ ਪੇਪਰ ਬਣਾਉਣ ਦੇ ਲਈ ਬਹੁਤ ਸਾਰੇ ਦਰਖਤ ਕੱਟੇ ਜਾਂਦੇ ਨੇ। ਆਈ ਵਿਲ ਸੀ ਦੈਟ ਇਲੈਕਟ੍ਰੀਸਿਟੀ ਇਜ਼ ਨੋਟ ਵੇਸਟਡ ਇਨ ਮਾਈ ਹਾਊਸ ਸ਼ਾਊਟਡ ਮੁਸਤਫਾ। ਇਲੈਕਟ੍ਰੀਸਿਟੀ ਕਮਸ ਫਰੋਮ ਵਾਟਰ ਐਂਡ ਕੋਲ। ਕਹਿੰਦਾ ਮੈਂ ਅੱਗੇ ਤੋਂ ਕਦੇ ਵੀ ਆਪਣੇ ਘਰ ਦੀ ਬਿਜਲੀ ਨੂੰ ਜਾਇਆ ਨਹੀਂ, ਮਤਲਬ ਮਿਸਯੂਜ਼ ਨਹੀਂ ਕਰੂੰਗਾ, ਜਾਂ ਲਾਈਟ ਕਦੇ ਵੀ ਔਨ ਛੱਡ ਕੇ ਬਾਹਰ ਨਹੀਂ ਆਊਂਗਾ, ਠੀਕ ਹੈ, ਹਮੇਸ਼ਾ ਇਸ ਚੈੱਕ ਕਰੂੰਗਾ, ਠੀਕ ਹੈ, ਕਿ ਜਦੋਂ ਮੈਂ ਬਾਹਰ ਜਾ ਰਿਹਾ ਲਾਈਟ ਪੱਖਾ ਸਭ ਕੁਝ ਬੰਦ ਕਰਕੇ ਜਾ ਰਿਹਾ। ਮੁਸਤਫਾ ਨੇ ਕਿਹਾ ਕਿਉਂਕਿ ਉਸਨੂੰ ਪਤਾ ਸੀ ਕਿ ਇਲੈਕਟ੍ਰੀਸਿਟੀ ਜਿਹੜੀ ਬਣਦੀ ਹੈ ਵਾਟਰ ਅਤੇ ਕੋਲ ਤੋਂ ਬਣਦੀ ਹੈ। ਇੱਦਾਂ ਹੀ ਮਤਲਬ ਬਾਕੀ ਬੱਚਿਆਂ ਨੇ ਵੀ ਗੱਲ ਕੀਤੀ, ਠੀਕ ਹੈ, ਕਿ ਕੋਈ ਕਹਿੰਦਾ ਕਿ ਮੈਂ ਪਾਣੀ ਨਹੀਂ ਵੇਸਟ ਕਰਨਾ, ਕੋਈ ਪੇਪਰ ਨਹੀਂ ਵੇਸਟ ਕਰਦਾ, ਕੋਈ ਇਲੈਕਟ੍ਰੀਸਿਟੀ ਨਹੀਂ ਵੇਸਟ ਕਰਦਾ, ਠੀਕ ਹੈ। ਮਤਲਬ ਉਹਨਾਂ ਨੇ ਇਕੱਲੇ ਬੰਦੇ ਨੇ, ਇਕੱਲੇ ਪਰਸਨ ਨੇ, ਠੀਕ ਹੈ, ਜ਼ਿੰਮੇਵਾਰੀ ਲਈ ਕਿ ਅੱਗੇ ਤੋਂ ਅਸੀਂ ਕੋਈ ਵੀ ਰਿਸੋਰਸ ਜੋ ਹੈ ਵੇਸਟ ਨਹੀਂ ਕਰਨਾ, ਕਿਉਂਕਿ ਉਹ ਸੋਚਦੇ ਸੀ ਕਿ ਟੂਗੈਦਰ ਵੀ ਕੈਨ ਮੇਕ ਅ ਡਿਫਰੈਂਸ। ਇਕੱਠੇ ਹੋ ਕੇ ਆਪਾਂ ਇੱਕ ਬਹੁਤ ਵੱਡਾ ਫਰਕ ਪਾ ਸਕਦੇ ਹਾਂ, ਠੀਕ ਹੈ, ਜਿਸ ਦੇ ਨਾਲ ਬਹੁਤ ਜ਼ਿਆਦਾ ਰਿਸੋਰਸਿਸ ਬਚ ਸਕਦੇ ਨੇ। ਦੀਜ਼ ਆਰ ਸਮ ਆਫ ਦ ਥਿੰਗਸ ਮੋਨਾ ਰਾਜੂ ਐਂਡ ਦੇਅਰ ਫਰੈਂਡਸ ਡਿਡ। ਇਹ ਕੁਛ ਚੀਜ਼ਾਂ ਸੀ ਜਾਂ ਕੁਛ ਕੰਮ ਸੀ ਜੋ ਮੋਨਾ ਰਾਜੂ ਅਤੇ ਉਸਦੇ ਫਰੈਂਡਸ ਨੇ ਕੀਤਾ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਤੁਸੀਂ ਕਿੱਦਾਂ ਰਿਸੋਰਸਿਸ ਨੂੰ ਕੰਜ਼ਰਵ ਕਰ ਸਕਦੇ ਹੋ, ਠੀਕ ਹੈ।
The future of our planet and its people is linked with our ability to maintain and preserve the life support system that nature provides। ਆਪਣੇ ਜਿਹੜੀ ਧਰਤੀ ਹੈ ਠੀਕ ਹੈ, ਇਸ ਦਾ ਫਿਊਚਰ, ਇਸ ਦਾ ਭਵਿੱਖ ਕਿਸ ਚੀਜ਼ 'ਤੇ ਨਿਰਭਰ ਹੈ ਕਿ ਲੋਕ ਜਿਹੜੇ ਇਸ ਦੇ ਨਾਲ ਜੁੜੇ ਨੇ ਅਤੇ ਉਹਨਾਂ ਦੀ ਸੋਚ ਕਿ ਉਹ ਕਿੱਦਾਂ ਇਸ ਦੇ ਰਿਸੋਰਸਿਸ ਨੂੰ ਮੇਨਟੇਨ ਕਰਦੇ ਨੇ, ਬਚਾ ਕੇ ਰੱਖਦੇ ਨੇ ਅਤੇ ਇੱਥੇ ਜਿਹੜੀ ਜ਼ਿੰਦਗੀ ਜਿਉ ਰਹੇ ਨੇ ਉਸ ਨੂੰ ਜਿਉਣ ਦਾ ਤਰੀਕਾ ਉਹ ਕਿੱਦਾਂ ਚੇਂਜ ਕਰ ਸਕਦੇ ਨੇ ਤਾਂ ਕਿ ਆਪਣੀ ਧਰਤੀ ਨੂੰ ਬਚਾ ਸਕਣ ਰਿਸੋਰਸਿਸ ਦੀ ਕਮੀ ਤੋਂ ਅਤੇ ਆਉਣ ਵਾਲੇ ਰਿਸੋਰਸਿਸ ਦੇ ਜੋ ਸਕੇਅਰਸਿਟੀ ਹੋਊਗੀ ਠੀਕ ਹੈ ਉਸ ਤੋਂ। ਸੋ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ, ਅੱਜ ਹੀ ਆਪਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਇਨਕਰੇਜ ਕਰਨੀ ਪਊਗੀ ਠੀਕ ਹੈ, ਆਪਣੇ ਰਿਸੋਰਸਿਸ ਦਾ ਧਿਆਨ ਰੱਖਣਾ ਪਊਗਾ। ਦੇਅਰਫੋਰ ਇਟ ਇਜ਼ ਆਰ ਡਿਊਟੀ ਟੂ ਇਨਸ਼ੋਰ ਦੈਟ, ਸਾਡੀਆਂ ਡਿਊਟੀਜ਼ ਬਣਦੀਆਂ ਨੇ ਕੀ ਆਲ ਯੂਜ਼ਸ ਆਫ ਰੀਨਿਊਏਬਲ ਰਿਸੋਰਸਿਸ ਆਰ ਸਸਟੇਨੇਬਲ। ਰੀਨਿਊਏਬਲ ਰਿਸੋਰਸਿਸ ਦਾ ਆਪਾਂ ਜੋ ਯੂਜ਼ ਕਰਾਂਗੇ ਠੀਕ ਹੈ ਉਸ ਨੂੰ ਸਸਟੇਨੇਬਲ ਡਿਵੈਲਪਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਨੇ ਨੇ। ਦਾ ਡਾਈਵਰਸਿਟੀ ਆਫ ਲਾਈਫ ਔਨ ਅਰਥ ਇਜ਼ ਕੰਜ਼ਰਵਡ। ਡਾਈਵਰਸਿਟੀ ਮਤਲਬ ਕਿ ਵੱਖ-ਵੱਖ ਕਿਸਮਾਂ ਜੋ ਧਰਤੀ ਦੇ ਉੱਤੇ ਰਹਿ ਰਹੀਆਂ ਨੇ ਠੀਕ ਹੈ, ਵੱਖ-ਵੱਖ ਚੀਜ਼ਾਂ ਨੇ ਜੋ ਇਸ ਦੇ ਉੱਤੇ ਲਾਈਫ ਜੋ ਲੈ ਰਹੀਆਂ ਨੇ ਠੀਕ ਹੈ ਧਰਤੀ ਦੇ ਉੱਤੋਂ, ਉਹਨਾਂ ਨੂੰ ਆਪਾਂ ਕੰਜ਼ਰਵ ਕਰਕੇ ਰੱਖਣਾ ਹੈ। ਦਾ ਡੈਮੇਜ ਟੂ ਆਰ ਨੈਚੁਰਲ ਇਨਵਾਇਰਮੈਂਟਲ ਸਿਸਟਮ ਇਜ਼ ਮਿਨੀਮਾਈਜ਼ਡ। ਜੋ ਆਪਾਂ ਡੈਮੇਜ ਅੱਜ ਕਰ ਰਹੇ ਹਾਂ ਠੀਕ ਹੈ ਆਪਣੇ ਰਿਸੋਰਸਿਸ ਨੂੰ, ਅਰਥ ਨੂੰ ਠੀਕ ਹੈ, ਉਸ ਨੂੰ ਆਪਾਂ ਘੱਟ ਤੋਂ ਘੱਟ ਕਰ ਦਈਏ ਠੀਕ ਹੈ, ਉਸ ਦੀ ਅੱਜ ਹੀ ਆਪਾਂ ਗਿਣਤੀ ਘਟਾ ਦਈਏ ਜਾਂ ਕਹਿ ਲਓ ਉਸ ਨੂੰ ਆਪਾਂ ਬਿਲਕੁਲ ਬੰਦ ਕਰ ਦਈਏ ਠੀਕ ਹੈ। ਸੋ ਇਹ ਸੀ ਆਪਣਾ ਚੈਪਟਰ ਸਟੂਡੈਂਟਸ। ਥੈਂਕ ਯੂ। ਮੈਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਤੱਕ ਇਸ ਦੇ ਕੁਐਸਚਨ ਆਨਸਰ ਸੈਂਡ ਕਰ ਦਿੰਦਾ। ਥੈਂਕ ਯੂ।